ਪਿਆਰੇ ਦਰਸ਼ਕੋ, ਤੁਹਾਨੂੰ ਸਾਰਿਆਂ ਨੂੰ ਸਾਡੀ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਦੋਸਤੋ, ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਨੂੰ ਵੇਖਣ ਲਈ ਇਸ ਦੇ ਵਿੱਚ ਸ਼ਾਮਿਲ ਹੁੰਦੇ ਹੋ। ਪਰਮੇਸ਼ਰ ਦੇ ਵਚਨ ਦੇ ਪ੍ਰਤੀ ਤੁਹਾਡੀ ਇਸ ਦਿਲਚਸਪੀ ਦੇ ਲਈ ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦਾ ਅਧਿਐਨ ਕਰਦੇ ਆ ਰਹੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਜਾਣਿਆ ਕਿ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਪ੍ਰਸ਼ਨਾਂ ਦਾ ਉੱਤਰ ਦੇ ਰਹੇ ਸੀ। ਉਹ ਉਸ ਤੋਂ ਜਗਤ ਦੇ ਅੰਤ ਅਤੇ ਉਸ ਦੇ ਫਿਰ ਤੋਂ ਵਾਪਿਸ ਆ ਕੇ ਆਪਣੇ ਰਾਜ ਨੂੰ ਸਥਾਪਿਤ ਕਰਨ ਦੇ ਵਿਸ਼ੇ ਵਿੱਚ ਪੁੱਛਗਿੱਛ ਕਰ ਰਹੇ ਸੀ ਕਿ ਇਸ ਦੀਆਂ ਕੀ ਨਿਸ਼ਾਨੀਆਂ ਹੋਣਗੀਆਂ। ਅਸੀਂ ਜਾਣਿਆ ਕਿ ਚੇਲਿਆਂ ਨੂੰ ਕਲੀਸਿਆ ਦੇ ਉਠਾਏ ਜਾਣ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ। ਉਹਨਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਕਈ ਪ੍ਰਕਾਰ ਦੀ ਉਲਝਣਾਂ ਹਨ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਬਾਈਬਲ ਬਾਣੀ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਵਾਬ ਅਤੇ ਡਾਕਟਰ ਡੇਵਿਡ ਯਰਮਾਇਆ ਦੀ ਇਹਨਾਂ ਵਿਸ਼ਿਆਂ ਦੇ ਉੱਤੇ ਕੀਤੀ ਗਈ ਵਿਆਖਿਆ ਨੇ ਤੁਹਾਡੀ ਸਭਨਾਂ ਦੀਆਂ ਆਤਮੀ ਅੱਖਾਂ ਨੂੰ ਜ਼ਰੂਰ ਖੋਲ੍ਹਿਆ ਹੋਏਗਾ। ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 8 ਅਧਿਆਇ ਦੇ ਉੱਤੇ ਚਰਚਾ ਕਰਾਂਗੇ। ਅੱਜ ਅਸੀਂ ਵੇਖਾਂਗੇ ਕਿ ਦਾਨੀਏਲ ਨਬੀ ਇੱਕ ਹੋਰ ਦਰਸ਼ਨ ਨੂੰ ਵੇਖਦਾ ਹੈ, ਜੋ ਕਿ ਇੱਕ ਮੇਢੇ ਅਤੇ ਬੱਕਰੇ ਦੇ ਬਾਰੇ ਹੈ। ਬਾਈਬਲ ਇੱਕ ਅਨੋਖੀ ਪੁਸਤਕ ਹੈ ਜੋ ਵੱਖ-ਵੱਖ ਚਿੰਨ੍ਹਾਂ ਦੇ ਦੁਆਰਾ ਭੇਤ ਦੀਆਂ ਗੱਲਾਂ ਨੂੰ ਦੱਸਦੀ ਹੈ। ਉਮੀਦ ਕਰਦੇ ਹਾਂ ਕਿ ਸਾਡਾ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਏਗਾ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੋ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਾਡੇ ਅੱਜ ਦੇ ਵਚਨਾਂ ਦੇ ਰਾਹੀਂ ਜ਼ਰੂਰ ਆਸ਼ੀਸ਼ ਪਾਓਗੇ। ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਦਰਸ਼ਨ ਦੀ ਪ੍ਰਾਪਤੀ ਅਤੇ ਦਰਸ਼ਨ ਦੇ ਪ੍ਰਕਾਸ਼ਨ ਦੇ ਅਧੀਨ ਬਹੁਤ ਸਾਰੀ ਗੱਲਾਂ ਦੇ ਉੱਤੇ ਅਸੀਂ ਵਿਚਾਰ ਕਰਾਂਗੇ। ਤਾਂ ਫਿਰ ਦੋਸਤੋ, ਆਓ ਆਪਣੇ ਪ੍ਰੋਗਰਾਮ ਨੂੰ ਛੇਤੀ ਨਾਲ ਸ਼ੁਰੂ ਕਰਦੇ ਹਾਂ। ਜ਼ਿੰਦਗੀ ਦਾ ਤਾਜ ਮਿਲੂ।
ताने पावेगा। जद आइया घड़ियां परख दियां, आइया घड़ियां परख दियां, ईमान परखिया जावेगा। ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਦਰਸ਼ਨ ਦੀ ਪ੍ਰਾਪਤੀ। ਦਾਨੀਏਲ 8 ਅਧਿਆਏ 1 ਵਚਨ ਤੋਂ ਲੈ ਕੇ 2 ਵਚਨ, 15 ਵਚਨ ਤੋਂ ਲੈ ਕੇ 19 ਵਚਨਾਂ ਤੱਕ। ਭਾਗ ਊੜਾ, ਪਦਵੀ ਜਾਂ ਹੈਸੀਅਤ। ਭਾਗ ਐੜਾ, ਰੂਪ ਰੇਖਾ। ਭਾਗ ਈੜੀ, ਸਥਾਨ। ਭਾਗ ਸੱਸਾ, ਪ੍ਰਯੋਜਨ। ਭਾਗ ਹਾਹਾ, ਵਿਆਖਿਆ। ਭਾਗ ਕੱਕਾ, ਯੋਜਨਾ। ਨੰਬਰ 2, ਦਰਸ਼ਨ ਦਾ ਪ੍ਰਕਾਸ਼ਨ। ਦਾਨੀਏਲ 8 ਅਧਿਆਏ 3 ਵਚਨ ਤੋਂ ਲੈ ਕੇ 14 ਵਚਨ ਤੱਕ, 20 ਵਚਨਾਂ ਤੋਂ ਲੈ ਕੇ 27 ਵਚਨਾਂ ਤੱਕ। ਭਾਗ ਊੜਾ। ਭਾਗ 1, ਮੇਢਾ। ਦਾਨੀਏਲ 8 ਅਧਿਆਏ 3 ਵਚਨ ਤੋਂ ਲੈ ਕੇ 4 ਵਚਨ ਤੱਕ। ਭਾਗ ਐੜਾ, ਬੱਕਰਾ। ਦਾਨੀਏਲ 8 ਅਧਿਆਏ 5 ਵਚਨ ਤੋਂ ਲੈ ਕੇ 8 ਵਚਨ ਤੱਕ। ਨੰਬਰ 1, ਜਗਤ ਦੇ ਜਿੱਤ ਦੀ ਰਾਹ। ਨੰਬਰ 2, ਪਹਿਲੇ ਰਾਜੇ ਦੀ ਪ੍ਰਸਿੱਧੀ। ਨੰਬਰ 3, ਮਾਦੀ ਫਾਰਸੀ ਰਾਜ ਦੀ ਤਬਾਹੀ। ਨੰਬਰ 4, ਰਾਜੇ ਦੀ ਅਨੋਖੀ ਮੌਤ। ਨੰਬਰ 5, ਯੂਨਾਨੀ ਰਾਜ ਦਾ ਪੁਨਰਗਠਨ। ਭਾਗ ਊੜਾ, ਇੱਕ ਮਹਾਨ ਭਵਿੱਖਬਾਣੀ। ਭਾਗ ਐੜਾ, ਇੱਕ ਮਹਾਨ ਸਿਧਾਂਤ। ਭਾਗ ਈੜੀ, ਇੱਕ ਮਹਾਨ ਮਨੁੱਖ। ਅਕਸਰ ਜਦ ਮੈਂ ਉਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਜੋ ਬਾਈਬਲ ਨੂੰ ਨਹੀਂ ਜਾਣਦੇ, ਅਤੇ ਕਈ ਵਾਰ ਸੰਸਾਰਿਕ ਲੋਕਾਂ ਨਾਲ ਵੀ ਗੱਲਬਾਤ ਹੋਈ, ਤਾਂ ਇੱਕ ਚੀਜ਼ ਸਮਝ ਆਈ ਕਿ ਉਹ ਬਾਈਬਲ ਵਿੱਚ ਦਰਜ ਗੱਲਾਂ ਨੂੰ ਅਨੋਖੇ ਤਰੀਕੇ ਨਾਲ ਵੇਖਦੇ ਹਨ। ਤੁਸੀਂ ਜਾਣਦੇ ਹੋ, ਬਾਈਬਲ ਉਹਨਾਂ ਲਈ ਇੱਕ ਅਨੋਖੀ ਕਿਤਾਬ ਹੈ। ਕਿ ਕਦੇ ਤੁਸੀਂ ਬਾਈਬਲ ਨੂੰ ਪੜ੍ਹਿਆ ਹੈ? ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਜਾਣਦੇ ਹੋ ਕਿ ਇਸ ਵਿੱਚ ਜਾਨਵਰਾਂ ਦੇ ਬਾਰੇ ਅਨੋਖੀਆਂ ਕਹਾਣੀਆਂ ਹਨ। ਤੁਸੀਂ ਦਾਨੀਏਲ ਦੀ ਕਿਤਾਬ ਨੂੰ ਪੜ੍ਹੋ, ਇਸ ਵਿੱਚ ਹਰ ਜਗ੍ਹਾ ਤੇ ਜਾਨਵਰ ਹਨ। ਤੁਸੀਂ ਪ੍ਰਕਾਸ਼ ਦੀ ਪੋਥੀ ਨੂੰ ਪੜ੍ਹੋ, ਇਸ ਵਿੱਚ ਬੜੇ ਅਨੋਖੇ ਚਿੰਨ੍ਹ ਅਤੇ ਜਾਨਵਰ ਹਨ। ਤਾਂ ਜਗਤ ਵਿੱਚ ਕਿਸ ਤਰ੍ਹਾਂ ਕੋਈ ਮਨੁੱਖ ਇਸ ਨੂੰ ਸਮਝ ਸਕਦਾ ਹੈ, ਜਦ ਜਾਨਵਰਾਂ ਦੇ ਜ਼ਰੀਏ ਸੱਚਾਈ ਨੂੰ ਬਿਆਨ ਕਰਨ ਦਾ ਯਤਨ ਕੀਤਾ ਗਿਆ ਹੈ? ਮੇਰਾ ਮਤਲਬ ਹੈ, ਕੋਈ ਵੀ ਮਨੁੱਖ ਆਪਣੀ ਗੱਲਬਾਤ ਵਿੱਚ ਜਾਨਵਰਾਂ ਨੂੰ ਇਸਤੇਮਾਲ ਨਹੀਂ ਕਰਦਾ। ਹਾਂ, ਠੀਕ ਹੈ, ਪਰ ਅਸੀਂ ਕਰਦੇ ਹਾਂ। ਸੱਚ ਤਾਂ ਇਹ ਹੈ, ਜਦ ਅਸੀਂ ਪੁਰਾਣੇ ਸਮੇਂ ਵਿੱਚ ਵੇਖਦੇ ਹਾਂ, ਜਦ ਸ਼ਾਸਤਰ ਲਿਖਿਆ ਜਾ ਰਿਹਾ ਸੀ, ਉਸ ਵੇਲੇ ਉਹ ਲੋਕ ਅੱਜ ਦੇ ਤਰੀਕੇ ਤੋਂ ਅਲੱਗ ਹੋ ਕੇ ਗੱਲਬਾਤ ਕਰਦੇ ਸਨ। ਪਰ ਇਹ ਤਰੀਕਾ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ। ਇਸ ਨੂੰ ਸਮਝਣ ਤੋਂ ਪਹਿਲਾਂ ਮੈਂ ਤੁਹਾਨੂੰ 10 ਛੋਟੇ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ। ਹੁਣ ਤੁਸੀਂ ਆਰਾਮ ਨਾਲ ਇਹਨਾਂ ਦਾ ਉੱਤਰ ਦੇ ਸਕਦੇ ਹੋ। ਹਰੇਕ ਪ੍ਰਸ਼ਨ ਦਾ ਉੱਤਰ ਜਾਨਵਰ ਦੇ ਨਾਲ ਹੈ। ਕੀ ਤੁਸੀਂ ਤਿਆਰ ਹੋ? ਮੈਂ ਆਪਣੇ ਚਾਚੇ ਨਾਲ ਨਫ਼ਰਤ ਕਰਦਾ ਹਾਂ। ਉਹ ਬੁੱਢਿਆਂ ਵਾਂਗੂ ਖਿਝਿਆ ਰਹਿੰਦਾ ਹੈ। ਰਿਸ਼, ਤੁਸੀਂ ਆਪਣੀ ਪਤਨੀ ਤੇ ਵਿਸ਼ਵਾਸ ਕਰਨਾ ਨਹੀਂ ਚਾਹੁੰਦੇ, ਕਿਉਂਕਿ ਜੋ ਉਸ ਦੇ ਨਾਲ ਹੈ ਬਘਿਆੜ। ਮੇਰੇ ਦਾਦਾ ਜੀ ਇੰਨੇ ਬੁੱਧੀਮਾਨ ਹਨ ਜਿਸ ਤਰ੍ਹਾਂ ਇੱਕ ਬਜ਼ੁਰਗ ਉੱਲੂ। ਜਦ ਤੁਸੀਂ ਉਸ ਵਿਅਕਤੀ ਨਾਲ ਵਿਹਾਰ ਕਰ ਰਹੇ ਹੋਵੋ ਤਾਂ ਬੜੀ ਸਮਝ ਨਾਲ ਕਰਨਾ ਨਹੀਂ, ਤਾਂ ਉਹ ਨੁਕਸਾਨ ਕਰ ਦੇਵੇਗਾ। ਲੂੰਬੜੀ, ਮੈਂ ਉਹਨਾਂ ਔਰਤਾਂ ਦੇ ਨਾਲ ਜ਼ਿਆਦਾ ਸਮੇਂ ਬਤੀਤ ਨਹੀਂ ਕਰ ਸਕਦਾ ਕਿਉਂ ਜੋ ਉਹ ਕੈਂਟੀ ਹਨ। ਬਥੂਨੀ, ਉਹ ਤਾਂ ਇੰਜ ਖਾਂਦਾ ਹੈ। ਘੋੜਾ ਜਾਂ ਸੂਰ, ਉਸ ਆਦਮੀ ਦੀ ਯਾਦਗਾਰ ਤਾਂ ਇਸ ਤਰ੍ਹਾਂ ਹੈ। ਬਲਦ, ਮੇਰਾ ਪਤੀ ਤਾਂ ਇੰਨਾ ਜਿੱਦੀ ਹੈ ਜਿਸ ਤਰ੍ਹਾਂ ਕਿ ਖੱਚਰ। ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਫਜ਼ੂਲ ਗੱਲਾਂ ਗੱਲਬਾਤ ਵਿੱਚ ਇਸਤੇਮਾਲ ਹੁੰਦੀਆਂ ਸਨ, ਜੋ ਅੱਜ ਵੀ ਹੁੰਦੀਆਂ ਹਨ। ਕੀ ਇਹ ਰੋਚਕ ਗੱਲ ਨਹੀਂ ਕਿ ਉਹਨਾਂ ਵਿੱਚੋਂ ਕੋਈ ਬਦਲਾਅ ਨਹੀਂ ਹੋਇਆ ਹੈ? ਜਦ ਅਸੀਂ 8ਵੇਂ ਅਧਿਆਇ ਨੂੰ ਪੜ੍ਹਦੇ ਹਾਂ ਤਾਂ ਅਸੀਂ ਵੇਖਦੇ ਹਾਂ ਜੋ ਜਾਨਵਰ ਇਸ ਕਹਾਣੀ ਵਿੱਚ ਹਨ ਉਹ ਅਨੋਖੇ ਹਨ, ਅਤੇ ਉਹਨਾਂ ਦਾ ਆਪਣੇ ਸਮੇਂ ਦੀ ਭਵਿੱਖਬਾਣੀ ਵਿੱਚ ਵਿਸ਼ੇਸ਼ ਅਰਥ ਹੈ। ਦਾਨੀਏਲ ਦੇ 8ਵੇਂ ਅਧਿਆਇ ਵਿੱਚ ਉਹ ਲੋਕਾਂ ਦੀ ਤਸਵੀਰ ਨੂੰ ਇਸ ਤਰ੍ਹਾਂ ਪ੍ਰਗਟ ਕਰਦੇ ਹਨ, ਜਿਸ ਤਰ੍ਹਾਂ ਜ਼ਾਲਮ, ਨਿਰਦਈ, ਲੁੱਟਣ ਵਾਲੇ, ਤਬਾਹ ਕਰਨ ਵਾਲੇ, ਜੰਗਲੀ ਜਾਨਵਰ। ਅਸੀਂ ਦਾਨੀਏਲ ਦੇ 8ਵੇਂ ਅਧਿਆਇ ਵਿੱਚ ਹਾਕਮਾਂ ਨੂੰ ਇਸ ਤਰ੍ਹਾਂ ਹੀ ਵੇਖਦੇ ਹਾਂ, ਜੋ ਉੱਪਰੋਂ ਤਾਂ ਕੁਝ ਹੋਰ ਨਜ਼ਰ ਆਉਂਦੇ ਹਨ, ਪਰ ਪਰਮੇਸ਼ਰ ਉਹਨਾਂ ਨੂੰ ਇਸ ਤਰ੍ਹਾਂ ਹੀ ਵੇਖਦਾ ਹੈ। ਜਦ ਅਸੀਂ ਦਾਨੀਏਲ ਦੇ 7ਵੇਂ ਅਤੇ 8ਵੇਂ ਅਧਿਆਇ ਨੂੰ ਪੜ੍ਹਦੇ ਹਾਂ ਤਾਂ ਵੇਖਦੇ ਹਾਂ ਜਗਤ ਦੇ ਸ਼ਾਸਕ ਸਵਾਰਥੀ ਅਤੇ ਨਿਰਦਈ ਹਨ। ਪਰਮੇਸ਼ਰ ਦੇ ਅਨੁਸਾਰ ਉਹ ਜੰਗਲੀ ਜਾਨਵਰ ਹਨ,
ਜੋ ਨਾਸ ਹੋ ਜਾਣਗੇ। ਇਸ ਸੰਦੇਸ਼ ਵਿੱਚ ਅਸੀਂ ਉਹਨਾਂ ਦੋ ਜਾਨਵਰਾਂ ਨੂੰ ਵੇਖਾਂਗੇ ਜੋ ਭੇਡ ਅਤੇ ਬੱਕਰੀ ਹਨ। ਇਸ ਅਧਿਆਇ ਵਿੱਚ ਦੋ ਦਰਸ਼ਨਾਂ ਦਾ ਜ਼ਿਕਰ ਹੈ ਜੋ ਦਾਨੀਏਲ ਨੂੰ ਵਿਅਕਤੀਗਤ ਤੌਰ ਤੇ ਪ੍ਰਾਪਤ ਹੋਏ। ਤੁਸੀਂ ਜਾਣਦੇ ਹੋ, ਕਿਤਾਬ ਦੇ ਪਹਿਲੇ ਭਾਗ ਵਿੱਚ ਦਾਨੀਏਲ ਹਮੇਸ਼ਾ ਕਿਸੇ ਦੂਜੇ ਨੂੰ ਮਿਲੇ ਦਰਸ਼ਨ ਦੀ ਵਿਆਖਿਆ ਕਰ ਰਿਹਾ ਸੀ, ਪਰ ਕਿਤਾਬ ਦੇ ਦੂਜੇ ਭਾਗ ਵਿੱਚ ਦਾਨੀਏਲ ਕੋਲ ਆਪਣੇ ਖੁਦ ਦੇ ਦਰਸ਼ਨ ਹਨ। ਅਸੀਂ ਵੇਖਾਂਗੇ ਕਿ ਪਰਮੇਸ਼ਰ ਨੇ ਦਾਨੀਏਲ ਨੂੰ ਕੀ ਸੰਦੇਸ਼ ਦਿੱਤਾ। ਨੰਬਰ 1, ਦਰਸ਼ਨ ਦੀ ਪ੍ਰਾਪਤੀ। ਦਾਨੀਏਲ 8 ਅਧਿਆਇ 1 ਵਚਨ ਤੋਂ ਲੈ ਕੇ 2 ਵਚਨਾਂ ਤੱਕ, 15 ਵਚਨ ਤੋਂ ਲੈ ਕੇ 19 ਵਚਨਾਂ ਤੱਕ। ਭਾਗ ਊੜਾ। ਸਭ ਤੋਂ ਪਹਿਲਾਂ ਅਸੀਂ ਇਸ ਦਰਸ਼ਨ ਨੂੰ ਦੋ ਭਾਗਾਂ ਵਿੱਚ ਵੇਖਣ ਜਾ ਰਹੇ ਹਾਂ। ਪਹਿਲੇ ਵਿੱਚ ਅਸੀਂ ਉਸ ਦਰਸ਼ਨ ਨੂੰ ਵੇਖਾਂਗੇ ਜੋ ਉਸ ਨੂੰ ਮਿਲਿਆ। ਇੱਥੇ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਦਾਨੀਏਲ ਦੀ ਕਿਤਾਬ ਕ੍ਰਮਵਾਰ ਨਹੀਂ ਚੱਲਦੀ। ਜੇ ਤੁਸੀਂ ਇਸ ਗੱਲ ਨੂੰ ਨਹੀਂ ਸਮਝੋਗੇ ਤਾਂ ਤੁਹਾਨੂੰ ਉਸ ਦੀਆਂ ਗੱਲਾਂ ਖਿਚੜੀ ਦੀ ਤਰ੍ਹਾਂ ਮਿਲੀਆਂ ਹੋਈਆਂ ਨਜ਼ਰ ਆਉਣਗੀਆਂ। ਆਓ ਮੈਂ ਤੁਹਾਨੂੰ ਦੱਸਾਂ ਕਿਉਂ। ਕਿਤਾਬ ਦੇ ਦੋ ਹਿੱਸੇ ਹਨ, ਅਧਿਆਏ 1 ਤੋਂ 6, ਇਤਿਹਾਸ ਅਧਿਆਏ 7 ਤੋਂ 12, ਭਵਿੱਖਬਾਣੀਆਂ ਅਤੇ ਭਵਿੱਖਬਾਣੀਆਂ 7 ਤੋਂ 12 ਜੋ ਇਤਿਹਾਸ 1 ਤੋਂ 6 ਦਾ ਪ੍ਰਗਟਨ ਕਰਦੀਆਂ ਹਨ। ਤੁਸੀਂ ਜਾਣਦੇ ਹੋ, ਜਿਸ ਤਰ੍ਹਾਂ ਹੀ ਤੁਸੀਂ 8ਵੇਂ ਅਧਿਆਏ ਨੂੰ ਪੜ੍ਹਨਾ ਸ਼ੁਰੂ ਕਰਦੇ ਹੋ ਅਤੇ ਵੇਖਦੇ ਹੋ ਕਿ ਇਹ ਦਰਸ਼ਨ ਦਾਨੀਏਲ ਦੇ ਜੀਵਨ ਵਿੱਚ ਬਲੇਸ਼ਰ ਦੇ ਰਾਜ ਦੇ ਤੀਸਰੇ ਸਾਲ ਵਿੱਚ ਮਿਲਦਾ ਹੈ, ਤਾਂ ਤੁਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹੋ ਕਿ ਇਸ ਨੂੰ ਤਾਂ ਮੈਂ 5ਵੇਂ ਅਧਿਆਏ ਵਿੱਚ ਪੜ੍ਹਿਆ ਸੀ, ਜਦੋਂ ਬਲੇਸ਼ਰ ਨੇ ਦੀਵਾਰ ਉੱਤੇ ਲਿਖਤ ਨੂੰ ਪੜ੍ਹਿਆ ਅਤੇ ਬੇਬੀਲੋਨ ਰਾਜ ਤਾਂ ਖਤਮ ਹੋ ਗਿਆ ਸੀ। ਜੇ ਬੇਬੀਲੋਨ 5ਵੇਂ ਅਧਿਆਏ ਵਿੱਚ ਜਾ ਚੁੱਕਾ ਸੀ ਤਾਂ ਬਲੇਸ਼ਰ 8ਵੇਂ ਅਧਿਆਏ ਵਿੱਚ ਕੀ ਕਰ ਰਿਹਾ ਹੈ? ਹਾਂ, ਇਹ ਹੀ ਤਾਂ ਕੁੰਜੀ ਹੈ। 8ਵੇਂ ਅਧਿਆਏ ਵਿੱਚ ਦਾਨੀਏਲ ਨੂੰ ਦਰਸ਼ਨ ਮਿਲਦਾ ਹੈ। ਜੇ ਤੁਸੀਂ ਇਸ ਨੂੰ ਕ੍ਰਮਵਾਰ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਇਹ ਕਿਤਾਬ ਦੇ ਪਹਿਲੇ ਹਿੱਸੇ ਵਿੱਚ ਚੌਥੇ ਅਤੇ 5ਵੇਂ ਅਧਿਆਏ ਵਿੱਚ ਆਉਂਦਾ ਹੈ। ਇਹ ਸਮਝਣਾ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਪਰਮੇਸ਼ਰ ਦਾਨੀਏਲ ਨੂੰ 8ਵੇਂ ਅਧਿਆਏ ਵਿੱਚ ਕੀ ਸੰਦੇਸ਼ ਦੇਣ ਜਾ ਰਿਹਾ ਹੈ, ਤਾਂ ਕਿ ਉਸ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਜਦ ਉਹ 5ਵੇਂ ਅਧਿਆਏ ਵਿੱਚ ਸੀ। ਇਹ ਦਰਸ਼ਨ ਦਾਨੀਏਲ ਨੂੰ ਬੇਬੀਲੋਨ ਦੇ ਰਾਜ ਦੇ ਦੁਖਿਤ ਅੰਤ ਤੋਂ ਪਹਿਲਾਂ ਮਿਲਿਆ ਸੀ। ਉਸ ਰਾਤ ਦਾਨੀਏਲ ਨੇ ਜੋ ਵੇਖਿਆ ਸੀ, ਉਸਨੇ ਹੀ ਉਸ ਦੀ ਸਹਾਇਤਾ ਕੀਤੀ ਕਿ ਉਹ ਦੀਵਾਰ ਤੇ ਲਿਖੀ ਅਸਪਸ਼ਟ ਲਿਖਾਈ ਦਾ ਅਰਥ ਕੱਢ ਸਕਿਆ। ਜਦ ਪਰਮੇਸ਼ਰ ਨੇ ਦੀਵਾਰ ਤੇ ਲਿਖ ਦਿੱਤਾ ਸੀ, ਮਨੇ ਮਨੇ ਤਕੇਲ ਉਫਰ ਸੀਨ, ਤਾਂ ਦਾਨੀਏਲ ਨੇ ਰਾਜੇ ਨੂੰ ਆਖਿਆ ਕਿ ਤੇਰਾ ਰਾਜ ਵੰਡ ਦਿੱਤਾ ਗਿਆ ਹੈ ਅਤੇ ਇਹ ਰਾਜ ਮਾਦੀਆਂ ਅਤੇ ਫਾਰਸੀਆਂ ਨੂੰ ਦੇ ਦਿੱਤਾ ਹੈ। ਦਾਨੀਏਲ ਨੂੰ ਇਹ ਕਿਸ ਤਰ੍ਹਾਂ ਪਤਾ ਲੱਗਾ ਸੀ? ਪਰਮੇਸ਼ਰ ਨੇ ਇਸੇ ਅਧਿਆਏ ਵਿੱਚ ਦਾਨੀਏਲ ਨੂੰ ਇਜ਼ਰਾਈਲ ਦੇ ਭਵਿੱਖ ਦੱਸ ਦਿੱਤਾ ਸੀ ਕਿ ਇਸ ਦਾ ਮਾਦੀ ਅਤੇ ਫਾਰਸੀਆਂ ਨਾਲ ਕੀ ਸਬੰਧ ਹੈ। ਇਸ ਲਈ ਇਹ ਅਧਿਆਏ ਇਸ ਕਿਤਾਬ ਵਿੱਚ ਆਪਣੀ ਇੱਕ ਮਹੱਤਵਪੂਰਨ ਹੈਸੀਅਤ ਰੱਖਦਾ ਹੈ। ਇਹ ਹੀ ਦਰਸ਼ਨ ਦੀ ਮਹੱਤਵਪੂਰਨ ਹੈਸੀਅਤ ਹੈ। ਭਾਗ ਐੜਾ। ਰੂਪ ਰੇਖਾ। ਹੁਣ ਅਸੀਂ ਦਰਸ਼ਨ ਦੀ ਰੂਪ ਰੇਖਾ ਵੱਲ ਵੇਖਦੇ ਹਾਂ। ਤੁਹਾਨੂੰ ਯਾਦ ਹੋਵੇਗਾ, ਅਸੀਂ ਪਿਛਲੇ ਦੂਜੇ ਅਧਿਆਏ ਵਿੱਚ ਪਰਮੇਸ਼ਰ ਨੇ ਇੱਕ ਵੱਡੀ ਮੂਰਤੀ ਨੂੰ ਸੁਪਨੇ ਵਿੱਚ ਪ੍ਰਗਟ ਕੀਤਾ ਸੀ, ਜੋ ਜਗਤ ਦੇ ਦੇਸ਼ਾਂ ਦੀ ਤਸਵੀਰ ਸੀ। ਬਾਬਲ ਸਿਰ ਸੀ, ਮਾਦੀਆਂ ਤੇ ਫਾਰਸੀ ਮੋਢੇ ਅਤੇ ਬਾਹਾਂ ਸਨ, ਯੂਨਾਨ ਧੜ ਸੀ, ਰੋਮ ਲੱਤਾਂ ਅਤੇ ਪੈਰ ਸੀ। ਪਰਮੇਸ਼ਰ ਨੇ ਦਾਨੀਏਲ ਨੂੰ ਜਗਤ ਦੇ ਲੋਕਾਂ ਦੀ ਤਸਵੀਰ ਪ੍ਰਗਟ ਕਰ ਦਿੱਤੀ ਸੀ। 8ਵੇਂ ਅਧਿਆਏ ਵਿੱਚ ਤੁਸੀਂ ਇਸ ਤਰ੍ਹਾਂ ਸੋਚੋ ਕਿ ਪਰਮੇਸ਼ਰ ਨੇ ਤੁਹਾਨੂੰ ਜ਼ੂਮ ਲੈਸ ਦੇ ਦਿੱਤਾ ਹੈ। ਤੁਸੀਂ ਇਸ ਜ਼ੂਮ ਲੈਸ ਨਾਲ ਉਸ ਵਿਰਾਟ ਮੂਰਤੀ ਦੇ ਵਿਚਲੇ ਹਿੱਸੇ ਨੂੰ ਵੇਖੋਗੇ। ਤੁਹਾਨੂੰ ਸਿਰਫ ਬਾਹਾਂ, ਮੋਢੇ ਅਤੇ ਧੜ ਨਜ਼ਰ ਆਵੇਗਾ। ਅਧਿਆਏ 8 ਦਾ ਬਾਬਲ ਨਾਲ ਕੁਝ ਲੈਣ ਦੇਣ ਨਹੀਂ ਹੈ। ਇਸ ਦਾ ਰੋਮ ਨਾਲ ਵੀ ਕੁਝ ਸਬੰਧ ਨਹੀਂ ਹੈ। ਇਹ ਤਾਂ ਸਿਰਫ ਮਾਦੀ ਅਤੇ ਫਾਰਸੀ ਅਤੇ ਯੂਨਾਨ ਦੇ ਬਾਰੇ ਹੈ। ਤੁਸੀਂ ਪੁੱਛ ਸਕਦੇ ਹੋ, ਪਾਸਟਰ ਜਰਮੀਆ, ਪਰਮੇਸ਼ਰ ਨੇ ਇਹ ਅਧਿਆਏ ਵਿਸ਼ੇਸ਼ ਕਰਕੇ ਮਾਦੀ ਅਤੇ ਫਾਰਸੀ ਅਤੇ ਯੂਨਾਨ ਦੇ ਬਾਰੇ ਹੀ ਕਿਉਂ ਰੱਖਿਆ? ਮੈਂ ਬੜਾ ਖੁਸ਼ ਹਾਂ ਕਿ ਤੁਸੀਂ ਇਹ ਪੁੱਛਿਆ। ਇਸ ਦਾ ਕਾਰਨ ਇਹ ਹੈ, ਹੁਣ ਇਸ ਪੂਰੀ ਕਿਤਾਬ ਵਿੱਚ ਪੂਰਾ ਧਿਆਨ ਉਹਨਾਂ ਸ਼ਕਤੀਆਂ ਵੱਲ ਦਿੱਤਾ ਜਾਵੇਗਾ ਜਿਨ੍ਹਾਂ ਦਾ ਸਬੰਧ ਯਹੂਦੀਆਂ ਨਾਲ ਹੈ। ਕਿਤਾਬ ਦੇ ਪਹਿਲੇ ਭਾਗ ਵਿੱਚ ਅਸੀਂ ਇਜ਼ਰਾਈਲ ਤੋਂ ਇਲਾਵਾ ਜਗਤ ਦੇ ਦੂਜੇ ਲੋਕਾਂ ਦਾ ਇਤਿਹਾਸ ਨੂੰ ਵੇਖਿਆ ਸੀ।
ਪਰ ਇਸ ਕਿਤਾਬ ਦੇ ਆਖਰੀ ਭਾਗ ਵਿੱਚ ਅਸੀਂ ਉਸ ਇਤਿਹਾਸ ਨੂੰ ਵੇਖਾਂਗੇ ਜਿਸ ਦਾ ਸੰਬੰਧ ਇਜ਼ਰਾਈਲ ਦੇ ਲੋਕਾਂ ਨਾਲ ਹੈ। ਇਸਰਾਏਲ ਦੇ ਇਤਿਹਾਸ ਵਿੱਚ ਫਾਰਸ ਅਤੇ ਯੂਨਾਨ ਦੇ ਇਲਾਵਾ ਦੂਜੇ ਦੇਸ਼ ਮਹੱਤਵਪੂਰਨ ਨਹੀਂ ਹਨ। ਪੁਰਾਣੇ ਨੇਮ ਦੱਸਦਾ ਹੈ ਫਾਰਸੀ ਰਾਜ ਵਿੱਚ ਹੀ ਯਹੂਦੀਆਂ ਨੂੰ ਬਾਬਲ ਤੋਂ ਵਾਪਸ ਆਉਣ ਦਿੱਤਾ ਅਤੇ ਉਹਨਾਂ ਨੇ ਵਾਪਸ ਆ ਕੇ ਆਪਣੀ ਭੂਮੀ ਉੱਤੇ ਆਪਣੀ ਭਗਤੀ ਦੁਆਰਾ ਸ਼ੁਰੂ ਕੀਤੀ। ਇਹ ਸਾਇਰਸ ਕਰਕੇ ਹੋਇਆ ਅਤੇ ਇਸ ਤੋਂ ਬਾਅਦ ਯੂਨਾਨੀ ਰਾਜ ਵਿੱਚ ਉਹਨਾਂ ਦੀ ਹੈਕਲ ਅਤੇ ਸ਼ਹਿਰ ਨੂੰ ਨਾਸ਼ ਕਰ ਦਿੱਤਾ ਗਿਆ। ਇਸ ਲਈ ਅਸੀਂ ਹੁਣ ਵੇਖਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਮਾਦੀ ਅਤੇ ਫਾਰਸੀ ਅਤੇ ਯੂਨਾਨੀਆਂ ਨੇ ਇਸਰਾਏਲ ਦੇ ਲੋਕਾਂ ਨਾਲ ਅਤੇ ਯਹੂਦੀਆਂ ਦੇ ਜੀਵਨ ਵਿੱਚ ਕੀ ਕੀਤਾ। ਇਹ ਹੀ ਦਰਸ਼ਨ ਦੀ ਰੂਪ ਰੇਖਾ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਦੱਸਣਾ ਚਾਹੁੰਦਾ ਹਾਂ ਜਿਸ ਨੂੰ ਤੁਸੀਂ ਵੀ ਜਾਣਨਾ ਚਾਹੋਗੇ। ਅਧਿਆਏ 2 ਤੋਂ 7 ਅਰਾਮੀ ਵਿੱਚ ਲਿਖੇ ਗਏ ਸਨ। ਇਸ ਦਾ ਕਾਰਨ ਇਹ ਸੀ ਕਿ ਇਹ ਲੋਕ ਸ਼ਕਤੀਸ਼ਾਲੀ ਸਨ ਅਤੇ ਅਰਾਮੀ ਉਸ ਸਮੇਂ ਉਹਨਾਂ ਦੀ ਭਾਸ਼ਾ ਸੀ। ਜਦ ਤੁਸੀਂ 8ਵੇਂ ਅਧਿਆਏ ਵਿੱਚ ਆਉਂਦੇ ਹੋ ਤਾਂ ਅਚਾਨਕ ਅਸੀਂ ਅਰਾਮੀ ਤੋਂ ਬਾਹਰ ਹੋ ਜਾਂਦੇ ਹਾਂ ਅਤੇ ਵਾਪਸ ਇਬਰਾਨੀ ਵਿੱਚ ਚਲੇ ਜਾਂਦੇ ਹਾਂ ਅਤੇ ਵੇਖਦੇ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਰ ਅਨੋਖੇ ਤਰੀਕੇ ਨਾਲ ਯਹੂਦੀਆਂ ਨਾਲ ਵਿਹਾਰ ਕਰਦਾ ਹੈ। ਜੇ ਤੁਸੀਂ 8ਵੇਂ ਅਧਿਆਏ ਨੂੰ ਵੀ ਅਤੇ 9ਵੀਂ ਐਤ ਨੂੰ ਦਾਨੀਏਲ ਦੀ ਕਿਤਾਬ ਵਿੱਚ ਵੇਖੋ, ਤੁਸੀਂ ਉੱਥੇ ਇੱਕ ਨਾਮ ਵੇਖੋਗੇ ਜੋ ਤੁਹਾਨੂੰ ਇਸ ਭਵਿੱਖਬਾਣੀ ਵਿੱਚ ਇੱਕ ਮਹੱਤਵਪੂਰਨ ਇਸ਼ਾਰਾ ਕਰਦਾ ਹੈ। ਅਤੇ ਉਹਨਾਂ ਵਿੱਚੋਂ ਇੱਕ ਨਿੱਕਾ ਸਿੰਘ ਨਿਕਲਿਆ ਜੋ ਦੱਖਣ ਅਤੇ ਚੜ੍ਹਦੇ ਅਤੇ ਮਨ ਭਾਉਂਦੇ ਦੇਸ਼ ਵੱਲ ਅਤਿਅੰਤ ਵੱਧ ਗਿਆ। ਮਨ ਭਾਉਂਦਾ ਦੇਸ਼ ਕਿਹੜਾ ਹੈ? ਇਹ ਇਸਰਾਏਲ ਹੈ। ਬਾਈਬਲ ਇਸਰਾਏਲ ਨੂੰ ਕਨਾਨ, ਪਵਿੱਤਰ ਭੂਮੀ, ਪ੍ਰਭੂ ਦੀ ਭੂਮੀ, ਇਮਾਨੀਅਲ ਦੀ ਭੂਮੀ, ਇਸਰਾਏਲ ਦੀ ਭੂਮੀ, ਇਬਰਾਨੀਆਂ ਦੀ ਭੂਮੀ, ਯਹੂਦੀਆਂ ਦੀ ਭੂਮੀ, ਫਿਲਿਸਤੀਨੀਆਂ ਦੀ ਭੂਮੀ ਅਤੇ ਇੱਥੇ ਆਖਿਆ ਗਿਆ ਹੈ ਮਨ ਭਾਉਂਦੇ ਦੇਸ਼ ਦੀ ਭੂਮੀ। ਅਬਰਾਹਾਮ ਦੇ ਸਮੇਂ ਤੋਂ ਇਸਰਾਏਲ ਨੂੰ ਜਗਤ ਦਾ ਕੇਂਦਰ ਕਦੇ ਨਹੀਂ ਆਖਿਆ ਗਿਆ ਸੀ। ਯਿਸੂ ਮਸੀਹ ਦੇ ਸਮੇਂ ਤੋਂ ਇਸਰਾਏਲ ਜਗਤ ਦਾ ਕੇਂਦਰ ਬਣ ਗਿਆ। ਭਵਿੱਖ ਵਿੱਚ ਇੱਕ ਦਿਨ ਆ ਰਿਹਾ ਹੈ ਜਿਸ ਨੂੰ ਅਸੀਂ 1000 ਸਾਲ ਦਾ ਰਾਜ ਆਖਦੇ ਹਾਂ, ਜਦ ਇਸਰਾਏਲ ਜਗਤ ਦੀ ਸ਼ਾਂਤੀ ਦਾ ਕੇਂਦਰ ਬਣ ਜਾਵੇਗਾ। ਪਰਮੇਸ਼ਰ ਦੀ ਮਹਿਮਾ ਹੋਵੇ। ਭਵਿੱਖ ਵਿੱਚ ਉਹ ਸਮੇਂ ਆ ਰਿਹਾ ਹੈ ਜਦ ਇਹ ਯਹੂਦੀਆਂ ਲਈ ਜਗਤ ਦਾ ਕੇਂਦਰ ਘਰ ਹੋ ਜਾਏਗਾ। ਪਰਮੇਸ਼ਰ ਸਾਨੂੰ ਦੱਸ ਰਿਹਾ ਹੈ ਕਿਉਂ ਜੋ ਅਸੀਂ ਉਸ ਦੇ ਜਨ ਹਾਂ। ਉਹ ਸਾਨੂੰ ਦੱਸ ਰਿਹਾ ਹੈ ਕਿ ਕੁਝ ਘਟਨਾਵਾਂ ਪ੍ਰਗਟ ਹੋਣ ਜਾ ਰਹੀਆਂ ਹਨ ਜੋ ਯਹੂਦੀਆਂ ਉੱਤੇ ਪ੍ਰਭਾਵ ਪਾਉਣਗੀਆਂ। ਇਸ ਲਈ ਭਾਸ਼ਾ ਵਿੱਚ ਬਦਲਾਅ ਹੈ। ਭਾਗ ਈੜੀ ਅਸਥਾਨ। ਹੁਣ ਮੈਂ ਤੁਹਾਨੂੰ ਤੀਜੀ ਸੋਚ ਦੱਸਦਾ ਹਾਂ ਕਿ ਦਰਸ਼ਨ ਦੀ ਕੀ ਥਾਂ ਹੈ। ਬਲੇਸ਼ਰ ਪਾਤਸ਼ਾਹ ਦੇ ਰਾਜ ਦੇ ਤੀਜੇ ਵਰ੍ਹੇ ਵਿੱਚ ਮੈਂ ਦਾਨੀਏਲ ਨੂੰ ਜਿਹੜਾ ਪਹਿਲਾ ਦਰਸ਼ਨ ਵੇਖਿਆ ਸੀ ਉਹਦੇ ਪਿੱਛੋਂ ਇੱਕ ਹੋਰ ਦਰਸ਼ਨ ਵੇਖਿਆ ਅਤੇ ਮੈਂ ਦਰਸ਼ਨ ਵਿੱਚ ਡਿੱਠਾ ਅਤੇ ਜਿਸ ਵੇਲੇ ਮੈਂ ਵੇਖਿਆ ਤਾਂ ਇਉਂ ਹੋਇਆ ਭਾਈ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਸਾਂ ਜਿਹੜਾ ਇਲਮ ਦੇ ਸੂਬੇ ਵਿੱਚ ਹੈ। ਫਿਰ ਮੈਂ ਦਰਸ਼ਨ ਵਿੱਚ ਵੇਖਿਆ ਭਾਈ ਮੈਂ ਉਲਾਈ ਨਦੀ ਦੇ ਕੰਢੇ ਉੱਤੇ ਹਾਂ। ਦਾਨੀਏਲ 8 ਅਧਿਆਏ 1 ਵਚਨ ਤੋਂ ਲੈ ਕੇ 2 ਵਚਨ ਤੱਕ। ਹੋ ਸਕਦਾ ਹੈ ਇਸ ਐਤ ਤੋਂ ਕਿਸੇ ਨੂੰ ਕੁਝ ਸਮਝ ਨਾ ਆਵੇ, ਪਰ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਦਾਨੀਏਲ ਦੱਸਦਾ ਹੈ ਸੁਪਨੇ ਵਿੱਚ ਮੈਂ ਸ਼ੂਸ਼ਨ ਵਿੱਚ ਸਾਂ। ਸ਼ੂਸ਼ਨ ਬਹੁਤ ਛੋਟਾ ਜਿਹਾ ਸ਼ਹਿਰ ਸੀ ਜਿਸ ਦੀ ਕੋਈ ਮਹੱਤਤਾ ਨਹੀਂ ਸੀ। ਜੇ ਤੁਸੀਂ ਬਾਬਲ ਦੇ ਉੱਪਰਲੇ 40 ਸ਼ਹਿਰਾਂ ਨੂੰ ਵੇਖੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਬਾਬਲ ਰਾਜ ਵਿੱਚ ਇਸ ਦੀ ਕੋਈ ਮਹੱਤਤਾ ਨਹੀਂ ਸੀ। ਪਰ ਪਰਮੇਸ਼ਰ ਨੇ ਉਸ ਨੂੰ ਸ਼ੂਸ਼ਨ ਵਿੱਚ ਨਦੀ ਦੇ ਕਿਨਾਰੇ ਖੜਾ ਹੋਇਆ ਦਿਖਾਇਆ। ਅਸਲ ਵਿੱਚ ਇਹ ਨਦੀ ਨਹੀਂ ਸੀ ਕਿਉਂ ਜੋ ਉੱਥੇ ਕੋਈ ਨਦੀ ਨਹੀਂ ਹੈ ਅਤੇ ਇਸ ਲਈ ਇਹ ਇੱਕ ਨਹਿਰ ਸੀ ਜੋ ਮਨੁੱਖਾਂ ਦੁਆਰਾ ਬਣਾਈ ਗਈ ਸੀ ਅਤੇ ਮਹਿਲ ਦੇ ਸਾਹਮਣੇ ਨਿਕਲਦੀ ਸੀ। ਦਾਨੀਏਲ ਆਪਣੇ ਆਪ ਨੂੰ ਉੱਥੇ ਖਲੋਤਾ ਹੋਇਆ ਵੇਖਦਾ ਹੈ। ਇਹ ਇੱਕ ਹੈਰਾਨ ਕਰਨ ਵਾਲੀ ਗੱਲ ਹੈ ਅਤੇ ਅਸੀਂ ਵੇਖਦੇ ਹਾਂ ਕਿ ਬਾਬਲ ਰਾਜ ਵਿੱਚ ਇਸ ਦੀ ਕੋਈ ਮਹੱਤਤਾ ਨਹੀਂ ਸੀ। ਤੁਸੀਂ ਜਾਣਦੇ ਹੋ ਜਦ ਬਾਬਲ ਡਿੱਗ ਪਿਆ ਤਾਂ ਮਾਦੀ ਫਾਰਸੀ ਆਏ। ਤੁਸੀਂ ਪੁਰਾਣੇ ਨੇਮ ਵਿੱਚ ਫਾਰਸੀ ਸਮੇਂ ਵਿੱਚ ਵੇਖਦੇ ਹੋ ਅਤੇ ਤੁਸੀਂ ਆਪਣੀ ਬਾਈਬਲ ਖੋਲੋ ਅਤੇ ਨehemia 1 ਅਧਿਆਇ ਨੂੰ ਔਰ ਉਹਦੇ 1 ਵਚਨ ਨੂੰ ਪੜ੍ਹੋ।
ਹਕਲਜਾਹ ਦੇ ਪੁੱਤਰ ਨਹੇਮਜਾ ਦੀਆਂ ਗੱਲਾਂ ਤੇ ਇਉਂ ਹੋਈਆਂ ਕਿ 20ਵੇਂ ਬਰੇ ਇਸਰਾਇਲ ਦੇ ਮਹੀਨੇ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਸਾਂ। ਹੁਣ ਤੁਸੀਂ ਅਸਤਰ ਦੀ ਕਿਤਾਬ ਵਿੱਚ 1 ਅਧਿਆਇ 1 ਵਚਨ ਤੋਂ ਲੈ ਕੇ 3 ਵਚਨਾਂ ਨੂੰ ਪੜ੍ਹੋ। ਤਾਂ ਇਉਂ ਹੋਇਆ ਅਹਸ਼ਵਰੋਸ਼ ਦੇ ਦਿਨਾਂ ਵਿੱਚ, ਇਹ ਉਹ ਅਹਸ਼ਵਰੋਸ਼ ਹੈ ਜਿਹੜਾ ਹਿੰਦ ਤੋਂ ਕੂਸ਼ ਤੱਕ 127 ਸੂਬਿਆਂ ਤੇ ਪਾਤਸ਼ਾਹੀ ਕਰਦਾ ਸੀ, ਕਿ ਉਹਨਾਂ ਦਿਨਾਂ ਵਿੱਚ ਜਦੋਂ ਅਹਸ਼ਵਰੋਸ਼ ਪਾਤਸ਼ਾਹ ਆਪਣੀ ਰਾਜਗੱਦੀ ਉੱਤੇ ਬੈਠਾ ਸੀ, ਜਿਹੜੀ ਸ਼ੂਸ਼ਨ ਦੇ ਮਹਿਲ ਵਿੱਚ ਸੀ, ਤਾਂ ਉਸਨੇ ਆਪਣੇ ਰਾਜ ਦੇ ਤੀਸਰੇ ਬਰੇ ਆਪਣਿਆਂ ਸਾਰੇ ਸਰਦਾਰਾਂ ਅਤੇ ਟਹਿਲੂਆਂ ਅਤੇ ਫਾਰਸ ਅਤੇ ਮਾਦਾ ਦੀਆਂ ਸੈਨਾਪਤੀ ਦੇ ਅਤੇ ਸੂਬਿਆਂ ਦੇ ਸ਼ਹਿਜ਼ਾਦਿਆਂ ਅਤੇ ਸਰਦਾਰਾਂ ਦੀ, ਜਿਹੜੇ ਉਹਦੇ ਅੱਗੇ ਹਾਜ਼ਰ ਰਹਿੰਦੇ ਸਨ, ਦੌਲਤ ਕੀਤੀ। ਬਾਬਲ ਰਾਜ ਡਿੱਗਣ ਦੇ ਬਾਅਦ ਫਾਰਸ ਰਾਜ ਸ਼ੁਰੂ ਹੋਣ ਤੋਂ ਪਹਿਲਾਂ ਪਰਮੇਸ਼ਰ ਨੇ ਦਾਨੀਏਲ ਨਾਲ ਗੱਲਬਾਤ ਕੀਤੀ ਅਤੇ ਦਰਸ਼ਨ ਵਿੱਚ ਉਸ ਨੂੰ ਆਉਣ ਵਾਲੇ ਰਾਜ ਦੇ ਕੇਂਦਰ ਥਾਂ ਤੇ ਖਲੋਤਾ ਹੋਇਆ ਵੇਖਿਆ। ਭਾਗ ਸੱਸਾ ਪ੍ਰਯੋਜਨ। ਹੁਣ ਮੈਂ ਸੰਖੇਪ ਵਿੱਚ ਦਰਸ਼ਨ ਦੇ ਪ੍ਰਯੋਜਨ ਦੇ ਬਾਰੇ ਤੁਹਾਨੂੰ ਦੱਸਦਾ ਹਾਂ। ਦਰਸ਼ਨ ਦਾ ਪ੍ਰਯੋਜਨ ਦਾਨੀਏਲ ਨੂੰ ਬਾਬਲ ਦੇ ਅੰਤ ਸਮੇਂ ਲਈ ਤਿਆਰ ਕਰਨਾ ਸੀ, ਤਾਂ ਕਿ ਜਦ ਉਹ ਸ਼ਰਾਬ ਦੀਆਂ ਰੰਗ ਰਲੀਆਂ ਦੀ ਪਾਰਟੀ ਵਿੱਚ ਪੇਸ਼ ਹੋਵੇ ਅਤੇ ਦੀਵਾਰ ਤੇ ਲਿਖੀਆਂ ਗੱਲਾਂ ਦੇ ਬਾਰੇ ਉਸ ਨੂੰ ਕੀ ਦੱਸਣਾ ਹੈ। ਦਾਨੀਏਲ ਨੇ ਇਹ ਦਰਸ਼ਨ ਪਰਮੇਸ਼ਰ ਵੱਲੋਂ ਵੇਖਿਆ ਅਤੇ ਉਹ ਸਮਝ ਗਿਆ ਕਿ ਪਰਮੇਸ਼ਰ ਬਲੈਸ਼ਰ ਨੂੰ ਆਖ ਰਿਹਾ ਹੈ ਕਿ ਬਾਬਲ ਦੇ ਰਾਜ ਦਾ ਅੰਤ ਹੋ ਗਿਆ ਹੈ ਅਤੇ ਮਾਦੀ ਫਾਰਸੀ ਆ ਰਹੇ ਹਨ ਅਤੇ ਬਾਬਲ ਦਾ ਇਹ ਆਖਰੀ ਦਿਨ ਹੈ। ਦੂਜਾ ਰਾਜਵੰਸ਼ ਸ਼ੁਰੂ ਹੋਣ ਵਾਲਾ ਹੈ। 8ਵੇਂ ਅਧਿਆਇ ਦੀ ਐਤ 17 ਵਿੱਚ ਦਾਨੀਏਲ ਦਰਸ਼ਨ ਦੀ ਵਿਆਖਿਆ ਨੂੰ ਪ੍ਰਾਪਤ ਕਰ ਰਿਹਾ ਸੀ। ਐਤ 19 ਸਾਨੂੰ ਦੱਸਦੀ ਹੈ, ਜਦ ਨਿਸ਼ਚਿੰਤ ਕੀਤਾ ਹੋਇਆ ਸਮੇਂ ਪੂਰਾ ਹੋ ਜਾਂਦਾ ਹੈ ਤਾਂ ਅੰਤ ਹੋ ਜਾਂਦਾ ਹੈ। ਪਰਮੇਸ਼ਰ ਦਾਨੀਏਲ ਨੂੰ ਨਾ ਕੇਵਲ ਇਸ ਸਮੇਂ ਦੇ ਅੰਤ ਦੇ ਬਾਰੇ ਦੱਸ ਰਿਹਾ ਸੀ, ਉਹ ਤਾਂ ਇਹ ਵੀ ਦੱਸ ਰਿਹਾ ਸੀ ਕਿ ਅੰਤ ਸਮੇਂ ਵਿੱਚ ਜਗਤ ਦੇ ਸਾਰੇ ਰਾਜ ਸਾਡੇ ਮਸੀਹ ਦੇ ਰਾਜ ਵਿੱਚ ਇੱਕਮਿਕ ਹੋ ਜਾਣਗੇ। ਭਾਗ ਹਾਹਾ ਵਿਆਖਿਆ। ਆਓ ਅਸੀਂ ਹੁਣ ਦਰਸ਼ਨ ਦੀ ਵਿਆਖਿਆ ਨੂੰ ਸਮਝੀਏ। ਦਾਨੀਏਲ ਨੂੰ ਇਹ ਦਰਸ਼ਨ ਪਰਮੇਸ਼ਰ ਵੱਲੋਂ ਮਿਲਿਆ। ਐਤ 17 ਦੱਸਦੀ ਹੈ, ਜਦ ਦਾਨੀਏਲ ਨੂੰ ਇਸ ਦਰਸ਼ਨ ਦੇ ਬਾਰੇ ਸਮਝ ਆਉਣੀ ਸ਼ੁਰੂ ਹੋਈ ਤਾਂ ਉਹ ਡਰ ਗਿਆ ਅਤੇ ਮੂੰਹ ਭਰਨੇ ਡਿੱਗ ਪਿਆ। ਦਾਨੀਏਲ ਅੱਗੇ 8 ਅਧਿਆਇ 27 ਵਿੱਚ ਦੱਸਦਾ ਹੈ, ਅਤੇ ਮੈਂ ਦਾਨੀਏਲ ਨੂੰ ਮੁਰਛਾ ਪੈ ਗਈ ਅਤੇ ਕਈਆਂ ਦਿਨਾਂ ਤੱਕ ਮੰਦਾ ਪਿਆ ਰਿਹਾ। ਜਦ ਪਰਮੇਸ਼ਰ ਨੇ ਦਾਨੀਏਲ ਨੂੰ ਇਹ ਵਿਖਾਇਆ ਤਾਂ ਉਸ ਨੂੰ ਮੁਰਛਾ ਪੈ ਗਈ ਅਤੇ ਉਹ ਮੰਦਾ ਹੋ ਗਿਆ। ਉਹ ਦਰਸ਼ਨ ਦਾ ਅਰਥ ਨਹੀਂ ਜਾਣਦਾ ਸੀ। ਇਸ ਲਈ ਐਤ 15 ਸਾਨੂੰ ਦੱਸਦੀ ਹੈ ਕਿ ਜਦ ਉਸ ਨੇ ਦਰਸ਼ਨ ਨੂੰ ਵੇਖਿਆ ਤਾਂ ਇਸ ਦਾ ਅਰਥ ਜਾਣਨਾ ਚਾਹਾ। ਇਸ ਲਈ ਪਰਮੇਸ਼ਰ ਨੇ ਕਿਸੇ ਨੂੰ ਉਸ ਦੇ ਕੋਲ ਭੇਜਿਆ ਤਾਂ ਕਿ ਅਰਥ ਦੱਸ ਸਕੇ। ਯਾਦ ਰੱਖੋ, ਜਦ ਪਰਮੇਸ਼ਰ ਕਿਸੇ ਨੂੰ ਭੇਜਦਾ ਹੈ ਤਾਂ ਉਹ ਸਭ ਤੋਂ ਉੱਤਮ ਹੁੰਦਾ ਹੈ। ਉਸ ਨੇ ਜਬਰਾਇਲ ਨੂੰ ਭੇਜਿਆ ਤਾਂ ਕਿ ਦਾਨੀਏਲ ਨੂੰ ਇਸ ਦਰਸ਼ਨ ਦੇ ਬਾਰੇ ਸਭ ਕੁਝ ਸਮਝਾ ਸਕੇ। ਪੁਰਾਣੇ ਨੇਮ ਵਿੱਚ ਇਹ ਹੀ ਇੱਕ ਐਸੀ ਕਿਤਾਬ ਹੈ, ਲੂਸੀਫਰ ਨੂੰ ਛੱਡ ਕੇ, ਜਿਸ ਵਿੱਚ ਸਵਰਗਦੂਤ ਦਾ ਨਾਮ ਦੱਸਿਆ ਗਿਆ ਹੈ। ਪਿਆਰੇ ਦਰਸ਼ਕੋ, ਤੁਹਾਡਾ ਧੰਨਵਾਦ ਕਿ ਤੁਸੀਂ ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਦੋਸਤੋ, ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 8 ਅਧਿਆਇ ਦੇ ਉੱਤੇ ਚਰਚਾ ਕਰ ਰਹੇ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਬਾਈਬਲ ਬਹੁਤ ਸਾਰੇ ਲੋਕਾਂ ਦੇ ਲਈ ਅਨੋਖੀ ਬਾਈਬਲ ਹੈ, ਕਿਉਂਕਿ ਇਸ ਦੇ ਵਿੱਚ ਬਹੁਤ ਸਾਰੇ ਅਨੋਖੇ ਜਾਨਵਰਾਂ ਦਾ ਜ਼ਿਕਰ ਹੈ। ਇਸ ਦੇ ਵਿੱਚ ਸੱਚਾਈਆਂ ਨੂੰ ਜਾਨਵਰਾਂ ਦੇ ਰਾਹੀਂ ਬਿਆਨ ਕੀਤਾ ਜਾਂਦਾ ਸੀ। ਜਗਤ ਦੇ ਸ਼ਾਸਕ ਸਵਾਰਥੀ ਅਤੇ ਨਿਰਦਈ ਹਨ। ਪਰਮੇਸ਼ਰ ਦੇ ਅਨੁਸਾਰ ਉਹ ਜੰਗਲੀ ਜਾਨਵਰ ਹਨ ਜੋ ਕਿ ਨਾਸ਼ ਹੋ ਜਾਣਗੇ। ਅਸੀਂ ਜਾਣਿਆ ਕਿ ਦਾਨੀਏਲ ਨਬੀ ਦੀ ਪੁਸਤਕ ਮੁੱਖ ਤੌਰ ਤੇ 2 ਭਾਗਾਂ ਦੇ ਵਿੱਚ ਵੰਡੀ ਹੋਈ ਹੈ। ਉਸ ਦੇ ਪਹਿਲੇ ਭਾਗ ਦੇ ਵਿੱਚ ਅਸੀਂ ਇਤਿਹਾਸ ਦੀਆਂ ਗੱਲਾਂ ਨੂੰ ਦੇਖਦੇ ਹਾਂ ਅਤੇ ਦੂਜੇ ਭਾਗ ਦੇ ਵਿੱਚ ਭਵਿੱਖਬਾਣੀਆਂ ਦੀਆਂ ਗੱਲਾਂ ਨੂੰ। ਪਿਛਲੇ ਭਾਗ ਦੇ ਵਿੱਚ ਉਹਨਾਂ ਸੁਪਨਿਆਂ ਦਾ ਜ਼ਿਕਰ ਹੈ ਜਿਹੜੇ ਕਿ ਦੂਜਿਆਂ ਨੇ ਵੇਖੇ ਅਤੇ ਦਾਨੀਏਲ ਨੇ ਉਹਨਾਂ ਦਾ ਅਰਥ ਦੱਸਿਆ। ਦੂਜੇ ਭਾਗ ਵਿੱਚ ਉਹਨਾਂ ਦਰਸ਼ਨਾਂ ਦਾ ਜ਼ਿਕਰ ਹੈ ਜਿਨ੍ਹਾਂ ਨੂੰ ਦਾਨੀਏਲ ਨਬੀ ਨੇ ਆਪ ਵੇਖਿਆ।
ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੇ 8 ਅਧਿਆਏ ਦੇ ਵਿੱਚ ਅਸੀਂ ਵੇਖਿਆ ਕਿ ਦਾਨੀਏਲ ਨਬੀ ਨੂੰ ਪਰਮੇਸ਼ਰ ਵੱਲੋਂ ਇੱਕ ਦਰਸ਼ਨ ਮਿਲਦਾ ਹੈ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਇਹ ਦਰਸ਼ਨ ਦਾਨੀਏਲ ਨਬੀ ਨੂੰ ਬਾਬੁਲ ਦੇ ਰਾਜ ਦੇ ਦੁਖਦਾਈ ਅੰਤ ਤੋਂ ਪਹਿਲਾਂ ਮਿਲਿਆ ਸੀ। ਅਸੀਂ ਜਾਣਿਆ ਕਿ ਇਹ ਦਰਸ਼ਨ ਇੱਕ ਮਹੱਤਵਪੂਰਨ ਹੈਸੀਅਤ ਨੂੰ ਰੱਖਦਾ ਹੈ। ਅਸੀਂ ਇਸ ਦਰਸ਼ਨ ਦੀ ਰੂਪਰੇਖਾ ਨੂੰ ਵੀ ਜਾਣਿਆ, ਜਿਸ ਨੂੰ ਇੱਕ ਮੂਰਤੀ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਸੀ ਅਤੇ ਇਹ ਮੂਰਤੀ ਦੇ ਵੱਖ-ਵੱਖ ਅੰਗ ਹਨ ਜਿਹੜੇ ਕਿ ਵੱਖ-ਵੱਖ ਰਾਜਾਂ ਦੇ ਬਾਰੇ ਇਸ਼ਾਰਾ ਕਰਦੇ ਹਨ। ਅਸੀਂ ਜਾਣਿਆ ਕਿ ਇਹਨਾਂ ਦੇਸ਼ਾਂ ਦਾ ਬਾਈਬਲ ਬਾਣੀ ਦੇ ਵਿੱਚ ਜ਼ਿਕਰ ਇਸ ਕਰਕੇ ਆਉਂਦਾ ਹੈ ਕਿਉਂਕਿ ਇਹਨਾਂ ਦਾ ਸੰਬੰਧ ਇਜ਼ਰਾਈਲ ਦੇ ਨਾਲ ਹੈ। ਅਸੀਂ ਜਾਣਿਆ ਕਿ ਅਬਰਾਹਮ ਦੇ ਸਮੇਂ ਇਜ਼ਰਾਈਲ ਕਦੇ ਵੀ ਕੇਂਦਰ ਦੇ ਵਿੱਚ ਨਹੀਂ ਰਿਹਾ, ਪਰ ਪ੍ਰਭੂ ਯਿਸੂ ਜੀ ਦੇ ਸਮੇਂ ਤੋਂ ਬਾਅਦ ਇਜ਼ਰਾਈਲ ਕੇਂਦਰ ਵਿੱਚ ਸੀ। ਅਜਿਹਾ ਸਮਾਂ ਆਏਗਾ ਜਦ ਇਜ਼ਰਾਈਲ ਸਾਰੇ ਜਗਤ ਦੇ ਲਈ ਸ਼ਾਂਤੀ ਦਾ ਕੇਂਦਰ ਬਣੇਗਾ। ਇਸ ਤੋਂ ਬਾਅਦ ਅਸੀਂ ਦਰਸ਼ਨ ਦੇ ਸਥਾਨ ਬਾਰੇ ਅਤੇ ਦਰਸ਼ਨ ਦੇ ਪ੍ਰਯੋਜਨ ਬਾਰੇ ਜਾਣਿਆ। ਅਸੀਂ ਜਾਣਿਆ ਕਿ ਦਰਸ਼ਨ ਦਾ ਪ੍ਰਯੋਜਨ ਦਾਨੀਏਲ ਨਬੀ ਨੂੰ ਬਾਬੁਲ ਦੇ ਅੰਤ ਸਮੇਂ ਦੇ ਲਈ ਤਿਆਰ ਕਰਨਾ ਸੀ, ਤਾਂ ਕਿ ਉਹ ਸ਼ਰਾਬ ਅਤੇ ਰੰਗ ਰਲੀਆਂ ਵਾਲੀ ਦਾਵਤ ਦੇ ਵਿੱਚ ਦਾਖਲ ਹੋ ਕੇ ਅਤੇ ਰਾਜਾ ਬੇਲਸ਼ੱਜ਼ਰ ਨੂੰ ਕੰਧ ਦੇ ਉੱਤੇ ਲਿਖੇ ਹੋਏ ਸੰਦੇਸ਼ ਦਾ ਅਰਥ ਸਮਝਾ ਸਕੇ। ਇਸ ਤੋਂ ਬਾਅਦ ਅਸੀਂ ਦਾਨੀਏਲ ਨਬੀ ਨੂੰ ਪਰਮੇਸ਼ਵਰ ਵੱਲੋਂ ਪ੍ਰਾਪਤ ਇਸ ਦਰਸ਼ਨ ਦੀ ਵਿਆਖਿਆ ਨੂੰ ਵੇਖਿਆ। ਅਸੀਂ ਜਾਣਿਆ ਕਿ ਜਦੋਂ ਦਾਨੀਏਲ ਨੂੰ ਇਸ ਦਰਸ਼ਨ ਦਾ ਅਰਥ ਸਮਝ ਆਇਆ ਤਾਂ ਉਹ ਡਰ ਗਿਆ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਅਧਿਐਨ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਅਸੀਂ ਆਪਣੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਦੇ ਬਾਕੀ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਕਿ ਅੱਜ ਇੱਕ ਵਾਰੀ ਫਿਰ ਤੋਂ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਬਰਕਤ ਦਿੱਤੀ, ਆਪਣੇ ਵਚਨ ਦੇ ਸਮਝਣ ਦੀ ਤਾਕਤ ਬਖਸ਼ੀ ਪਿਤਾ। ਔਰ ਅੱਜ ਅਸੀਂ ਪਿਤਾ ਪਰਮੇਸ਼ਰ ਦਾਨੀਏਲ ਦੇ ਦਰਸ਼ਨਾਂ ਦੇ ਵਿੱਚ ਫਰਕ ਨੂੰ ਸਮਝ ਪਾਏ ਪਿਤਾ। ਦੋਨੋਂ ਪ੍ਰਭੂ ਜੀ ਜੋ ਰਾਜਿਆਂ ਦੇ ਦੇਖੇ ਹੋਏ ਦਰਸ਼ਨ ਸੀ, ਜੋ ਉਹਦੇ ਆਪਣੇ ਦਰਸ਼ਨ ਦੇਖੇ ਸੀ, ਉਹਨਾਂ ਨੂੰ ਤੁਸੀਂ ਸਮਝਾ ਪਾਏ ਪ੍ਰਭੂ। ਔਰ ਅਸੀਂ ਇਹਨਾਂ ਗੱਲਾਂ ਨੂੰ ਦੇਖ ਪਾਏ ਪਿਤਾ ਪਰਮੇਸ਼ਰ ਕਿ ਜਦੋਂ ਤੁਸੀਂ ਪ੍ਰਭੂ ਕਿਸੇ ਦਾ ਨਿਆਂ ਕਰਦੇ ਹੋ ਤਾਂ ਦਰਸ਼ਨਾਂ ਦੇ ਜ਼ਰੀਏ ਪ੍ਰਭੂ ਜੀ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰਦੇ ਹੋ। ਪ੍ਰਭੂ ਤੁਸੀਂ ਆਪਣੇ ਨਬੀ ਦਾਨੀਏਲ ਨੂੰ ਇਸਤੇਮਾਲ ਕੀਤਾ ਤਾਂ ਕਿ ਰਾਜੇ ਨੂੰ ਉਸ ਕੰਧ ਤੇ ਲਿਖੇ ਹੋਏ ਜੋ ਪ੍ਰਭੂ ਜੀ ਤੁਹਾਡੇ ਭਵਿੱਖਬਾਣੀ ਦੇ ਵਚਨ ਸੀ ਉਹਨਾਂ ਨੂੰ ਸਮਝਾ ਸਕੇ, ਤਾਂ ਕਿ ਪ੍ਰਭੂ ਜੀ ਇਸ ਗੱਲ ਲਈ ਦਾਨੀਏਲ ਨੂੰ ਤਿਆਰ ਕਰ ਸੇ ਕਿ ਬਾਬੁਲ ਦਾ ਅੰਤ ਹੁਣ ਹੋਣ ਵਾਲਾ ਹੈ। ਪ੍ਰਭੂ ਜੀ ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਇੱਕ ਦਿਨ ਪਾਪ ਦਾ ਨਾਸ਼ ਹੋ ਜਾਏਗਾ, ਉਸ ਦਾ ਅੰਤ ਹੋ ਜਾਏਗਾ ਔਰ ਤੁਹਾਡਾ ਰਾਜ ਸਥਾਪਿਤ ਹੋਏਗਾ ਜੋ ਕਿ ਸ਼ਾਂਤੀ ਦਾ ਔਰ ਧਰਮ ਦਾ ਰਾਜ ਹੋਏਗਾ। ਪ੍ਰਭੂ ਧੰਨਵਾਦ ਕਰਦੇ ਹਾਂ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।